अस्सलाम वालेकुम दोस्तों, की हाल चाल है? ठीक ठाक हो? अल्लाह ताला ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਸ਼ਾਦ ਰਹੋ, ਆਬਾਦ ਰਹੋ ਤੇ ਅੱਲਾਹ ਤਾਲਾ ਤੁਹਾਡੀ ਆਸਾਨੀਆਂ ਪੈਦਾ ਕਰੇ ਤੇ ਤੁਸੀਂ ਲੋਕਾਂ ਲਈ ਆਸਾਨੀਆਂ ਪੈਦਾ ਕਰੋ। अस्सलाम वालेकुम। अस्सलाम वालेकुम वरहमतुल्लाह। दोस्तों की हाल है? ठीक ठाक हो? उम्मीद है कि साढ़े सारे दोस्त देखने वाले सुनने वाले ठीक होंगे। तो अज कल का प्रोग्राम असी कीता सी तो उहदे विच कुछ दोस्तों ने कुछ सवाल कीते सन जिहड़े मैं लिख के लिआया वां, क्योंकि इन्हां कोलों अज उन्हां सवालों के जवाब लए जाणगे ताकि जिहड़े दोस्त ने उन्हां नूं ज़्यादा इन्फॉर्मेशन मिले। जी अस्सलाम वालेकुम चाची, की हाल है? ठीक ठाक हो? खैरियत? जी अच्छा, पहले दोस्त ने उन्होंने सवाल किया कि ज़्यादातर लोग जर्मनी ही क्यों आते हैं, हालांकि होर भी कंट्री ने कोई 25-26 27 कंट्री ने होर यूरोप के, तो जर्मनी ਦੇ ਵਿੱਚ ਹੀ ਕਿਉਂ? तैयब साहब, जर्मनी ਦੇ ਵਿੱਚ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਸਭ ਨਾਲੋਂ ਬੈਸਟ ਹੈ ਕਿ ਸੋਸ਼ਲ ਸਿਸਟਮ ਬਹੁਤ ਅੱਛਾ ਹੈ। ਇੱਥੇ ਹੈਲਥ ਕਾਰਡ ਚੱਲਦਾ, ਉਹ ਫ੍ਰੀ ਹੈ, ਟੋਟਲ ਤੌਰ ਤੇ ਉਹ ਬਹੁਤ ਅੱਛਾ ਹੈ। ਇੱਥੇ ਰਹਾਇਸ਼ ਫ੍ਰੀ ਹੈ, ਜਿੰਨੀ ਦੇਰ ਸੀ ਰਹਿਣਾ ਬੇਸ਼ੱਕ ਸਾਰੀ ਜ਼ਿੰਦਗੀ ਰਹਾਇਸ਼ ਫ੍ਰੀ ਹੈ। ਇੱਥੇ ਕਾਨੂੰਨ ਬਹੁਤ ਅੱਛੇ ਨੇ। ਇੱਥੇ ਜਿਹੜੀ ਵਜ੍ਹਾ ਨਾਲ ਅਸੀਂ ਪਾਕਿਸਤਾਨ 'ਚ ਇੱਥੇ ਆਉਂਦੇ ਹਾਂ, ਚਾਹੇ ਮਜ਼ਹਬੀ ਹੋਵੇ, ਚਾਹੇ ਸਿਆਸੀ ਹੋਵੇ, ਚਾਹੇ ਪ੍ਰਾਈਵੇਟ ਹੋਵੇ, ਕੋਈ ਵੀ ਜਿਹੜੀ ਰੀਜ਼ਨ ਹੁੰਦੀ ਉੱਤੇ ਕੇਸ ਹੁੰਦਾ ਹੈ, ਉਹਦੀ ਵਜ੍ਹਾ ਸਾਨੂੰ ਆਜ਼ਾਦੀ ਮਿਲਦੀ, ਆਜ਼ਾਦੀ ਰਾਏ ਮਿਲਦੀ, ਜੋ ਤੁਸੀਂ ਮਰਜ਼ੀ ਜ਼ਿੰਦਗੀ 'ਚ ਕਰ ਸਕਦੇ ਹੋ। ਕੋਈ ਪਕੜ ਦਕੜ, ਕੋਈ ਮਾਰਕੁੱਟ ਨਹੀਂ ਹੈ, ਸਭ ਕੁਝ ਫ੍ਰੀ ਹੈ। ਕਾਨੂੰਨ ਦੇ ਮੁਤਾਬਕ ਤੁਹਾਨੂੰ ਉਹ ਹਿਫਾਜ਼ਤ ਮਿਲੇਗੀ ਜੋ ਇੱਕ ਜਰਮਨ ਨੂੰ ਮਿਲਦੀ ਹੈ, ਉਹ ਤੁਹਾਨੂੰ ਵੀ ਮਿਲੇਗੀ। ਤੇ ਸੋਸ਼ਲ ਸਿਸਟਮ ਬਹੁਤ ਅੱਛਾ ਹੈ, ਪੂਰੀ ਜ਼ਿੰਦਗੀ ਤੁਸੀਂ ਇਹਨਾਂ ਕੋਲ ਲੈ ਖਾ ਸਕਦੇ ਹੋ। ਤੇ ਉਹ ਲਹਿਦਾ ਗੱਲ ਤੁਸੀਂ ਕੰਮ ਕਰੋਗੇ ਤਾਂ ਜ਼ਿਆਦਾ ਅੱਛਾ ਸਮਝਦੇ ਨੇ। ਤੇ ਹੈਲਥ ਕਾਰਡ ਹੈ, ਕਾਨੂੰਨ ਨੇ, ਔਰ ਇਹ ਸਫਾਈ ਪਸੰਦ ਬਹੁਤ ਮੁਲਕ ਹੈ, ਸਾਫ ਸੁਥਰਾ ਪੂਰਾ ਜਰਮਨ। ਔਰ ਇੱਕ ਚੀਜ਼ ਜਿਹੜੀ ਕਹਾਂਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਥੇ ਜਿਹੜੇ ਕ੍ਰਿਮੀਨਲ ਰੇਸ਼ੋ ਹੈ ਉਹ ਨਾ ਹੋਣ ਦੇ ਬਰਾਬਰ ਹੈ। ਇੱਥੇ ਕ੍ਰਿਮੀਨਲ ਬਿਲਕੁਲ ਨਹੀਂ ਹੈ, ਔਰ ਲੋਕ ਬੜੇ ਖੁਸ਼ਬਾਸ਼ ਨੇ, ਖੁਸ਼ ਇਖਲਾਕ ਨੇ ਜਰਮਨੀ ਦੇ ਲੋਕ, ਔਰ ਬੜੇ ਅੱਛੇ ਕਿਰਦਾਰ ਦੇ ਲੋਕ ਨੇ। ਤੇ ਸਭ ਨਾਲੋਂ ਵੱਡੀ ਗੱਲ ਕਿ ਇੱਥੇ ਕ੍ਰਿਮੀਨਲ ਨਹੀਂ ਹੈ। ਬਾਕੀ ਮੁਲਕਾਂ ਦੇ ਵਿੱਚ ਇਟਲੀ ਚਲ ਜਾਓ, ਸਪੇਨ ਚਲ ਜਾਓ, ਕਿਤੇ ਵੀ ਚਲ ਜਾਓ, ਤੁਹਾਨੂੰ ਕ੍ਰਿਮੀਨਲ ਕਾਫੀ ਤਾਦਾਦ 'ਚ ਮਿਲੇਗਾ। ਇੱਥੇ ਕ੍ਰਿਮੀਨਲ ਨਹੀਂ ਹੈ। ਹੈਲਥ ਸਿਸਟਮ ਹੈ, ਸੋਸ਼ਲ ਸਿਸਟਮ ਹੈ, ਰਹਾਇਸ਼ ਫ੍ਰੀ ਹੈ। ਅਗਰ ਤੁਹਾਡੀ ਕੇਸ ਦੇ ਵਿੱਚ ਜਾਨ ਹੈ, ਤੁਹਾਨੂੰ ਪੇਪਰ ਵੀ ਮਿਲਣਗੇ। ਇਹਦੀ ਵਜ੍ਹਾ ਨਾਲ ਤੈयब ਸਾਹਿਬ ਕਿ ਇਹ ਜਰਮਨ ਨੂੰ ਲੋਕ, ਹਰ ਬੰਦਾ ਚਾਹੁੰਦਾ ਹੈ ਪਾਕਿਸਤਾਨ ਨੂੰ ਜਾਂ ਅਫਗਾਨਿਸਤਾਨ, ਈਰਾਨ, ਬੰਗਲਾਦੇਸ਼ ਤੋਂ ਕਿ ਮੈਂ ਜਰਮਨੀ ਹੀ ਜਾਵਾਂ, ਤੇ ਇਸ ਲਈ ਜਰਮਨ ਨੂੰ ਲੋਕ ਜ਼ਿਆਦਾ ਪ੍ਰਾਇੋਰਟੀ ਦਿੰਦੇ ਨੇ। ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਇੱਥੇ ਕਾਨੂੰਨ ਸਭ ਵਾਸਤੇ ਬਰਾਬਰ ਹੈ, ਕਾਨੂੰਨ ਸਭ ਲਈ ਬਰਾਬਰ ਹੈ, ਸਭ ਨੂੰ ਹੱਕ ਮਿਲਦਾ ਹੈ। ਇੱਥੇ ਅਮੀਰ ਨਹੀਂ, ਕੋਈ ਗਰੀਬ ਨਹੀਂ ਹੈ, ਕੋਈ ਇਹ ਨਹੀਂ ਕਿ ਡੋਇਚ ਜਾਂ ਆਊਸਲੈਂਡਰ, ਕਾਲਾ ਗੋਰਾ ਕੋਈ ਚੀਜ਼ ਨਹੀਂ, ਸਭ ਵਾਸਤੇ ਇੱਕ ਹੀ ਹੈ। ਇੱਥੇ ਤੁਸੀਂ ਕਾਲੇ ਹੋ, ਗੋਰੇ ਹੋ, ਪੀਲੇ ਹੋ, ਨੀਲੇ ਹੋ, ਤੁਹਾਨੂੰ ਕਾਨੂੰਨ ਤੇ ਉਹ ਰਾਈਟਸ ਮਿਲੇ ਨੇ ਜੋ ਇੱਕ ਜਰਮਨ ਨੂੰ ਨੇ, ਤੁਹਾਡੇ ਵੀ ਉਹੀ ਰਾਈਟਸ ਨੇ। ਤੇ ਇਸ ਲਈ ਸਾਰੇ ਲੋਕ ਜਰਮਨ ਹੀ ਆਉਣਾ ਚਾਹੁੰਦੇ ਨੇ। ਇਹਦਾ ਇਹੀ ਜਵਾਬ ਹੈ। ਤੇ ਇੱਕ ਹੋਰ ਆਪਣਾ ਜਰਮਨੀ ਦੇ ਵਿੱਚ, ਤੇ ਚਾਚੀ ਇੱਕ ਹੋਰ ਦੋਸਤ ਨੇ ਸਵਾਲ ਕੀਤਾ ਹੈ ਕਿ ਇੱਥੇ ਜਰਮਨੀ ਦੇ ਵਿੱਚ ਕਿਹੜਾ ਐਸਾ ਕਾਨੂੰਨ ਹੈ ਜਿਹੜਾ ਮਤਲਬ ਕਿ ਜਿਹੜੇ ਬਾਹਰੋਂ ਲੋਕ ਆਉਂਦੇ ਨੇ, ਜਿਹੜੇ ਇੱਥੇ ਇਸ ਕੰਟਰੀ ਦੇ ਵਿੱਚ ਆਉਂਦੇ ਨੇ, ਤੇ ਉਹਨਾਂ ਦੇ ਹੱਕ ਦੇ ਵਿੱਚ ਬਿਹਤਰ ਹੈ? ਵੈਸੇ ਤਾਂ ਹਰ ਕਾਨੂੰਨ ਮਤਲਬ ਕਿ ਇੱਥੇ ਕਾਫੀ ਕਾਨੂੰਨ ਨੇ, ਤੇ ਕਿਹੜਾ ਐਸਾ ਕਾਨੂੰਨ ਹੈ ਜਿਹੜਾ ਮਤਲਬ ਕਿ? ਇਹ ਦੋਸਤ ਦਾ ਸਵਾਲ ਅੱਛਾ, ਠੀਕ ਹੈ, ਲੇਕਿਨ ਉਹ ਪਹਿਲੇ ਦੇ ਨਾਲ ਹੀ ਜਵਾਬ ਮਿਕਸ ਹੁੰਦਾ ਹੈ ਕਿ ਇੱਥੇ ਜਿਹੜੇ ਕਾਨੂੰਨ ਨੇ, ਰੇਗਲ ਨੇ ਜਰਮਨੀ ਦੇ, ਉਹ ਸਾਰੇ ਸਾਡੇ ਹੱਕ 'ਚ ਹੀ ਨੇ। ਬਜਾਏ ਚੰਦ ਤੋਂ ਅਗਰ ਤੁਸੀਂ ਇਹਨਾਂ ਨਾਲ ਝੂਠ ਬੋਲਦੇ ਹੋ, ਆ ਕੇ ਗਲਤ ਬਿਆਨੀ ਕਰਦੇ ਹੋ ਜੋ ਵੀ, ਤੇ ਉਹ ਤਾਂ ਤੁਹਾਡੇ ਪੇਪਰੀ ਤੌਰ 'ਤੇ ਤੁਹਾਡੇ ਖਿਲਾਫ ਜਾਸਦਾ ਹੈ ਨਾ। ਬਾਕੀ ਸਭ ਕੁਝ ਜਿਹੜੇ ਬਾਹਰ ਗੈਰ ਮੁਲਕੀ ਉਹਨਾਂ ਦੇ ਹੱਕ 'ਚ ਹੀ ਹੁੰਦਾ ਹੈ। ਮਸਲਨ ਕਿ ਇਹਨਾਂ ਦੀ ਪੁਲਿਸ ਕਿਸੇ ਨੂੰ ਕੁਛ ਨਹੀਂ ਕਹਿੰਦੀ, ਟਾਰਚਰ ਨਹੀਂ ਕਰਦੀ, ਕਿਸੇ ਕੁਛ ਨਹੀਂ ਕਰਦੀ। ਦੂਸਰੇ ਮੁਲਕਾਂ ਦੀ ਪੁਲਿਸ ਜਿਹੜੀ ਹੈ ਉਹ ਗਲਤ ਵੀ ਕਰਦੀ ਹੈ, ਸੇਮ ਥੋੜ੍ਹਾ ਸਖਤੀ ਵੀ ਕਰਦੀ ਹੈ। ਲੇਕਿਨ ਜਰਮਨ ਦੀ ਪੁਲਿਸ ਅਗਰ ਤੁਸੀਂ ਕੋਈ ਵੀ ਜੁਰਮ ਕਰਦੇ ਹੋ, ਕੁਛ ਵੀ ਕਰਦੇ ਹੋ, ਤਾਂ ਸਾਰੀ ਤੁਹਾਡੇ ਹੱਕ 'ਚ ਹੁੰਦੀ ਹੈ, ਤੁਹਾਨੂੰ ਹੱਥ ਤੱਕ ਨਹੀਂ ਲਾਉਂਦੀ, ਕੁਛ ਨਹੀਂ ਕਹਿੰਦੀ। ਔਰ ਇਸ ਲਈ ਦੁਬਾਰਾ ਉਹੀ ਕਹਾਂਗਾ, ਹੈਲਥ ਸਿਸਟਮ ਹੈ, ਸੋਸ਼ਲ ਸਿਸਟਮ ਹੈ, ਸਭ ਕੁਛ ਹੈ, ਇਹ ਸਾਰੇ ਸਾਡੇ ਹੱਕ ਦੇ ਵਿੱਚ ਹੀ ਨੇ। ਉਸ ਸਵਾਲ ਦੇ ਨਾਲ ਹੀ ਇਹ ਜਵਾਬ ਮਿਲਦਾ ਹੈ ਕਿ ਸਾਰੇ ਕਾਨੂੰਨ ਇਹਨਾਂ ਦੇ ਸਾਡੇ ਹੱਕ ਦੇ ਵਿੱਚ ਨੇ। ਬਸ ਇਹ ਵੀ ਕਿ ਇਹਨਾਂ ਦੇ ਮੁਲਕ 'ਚ ਗਲਤ ਨਾ ਕਰੋ, ਕ੍ਰਿਮੀਨਲ ਨਾ ਕਰੋ, ਕੋਈ ਚੋਰੀ ਡਾਕਾ ਨਾ ਕਰੋ, ਕੁਛ ਨਾ ਕਰੋ। ਔਰ ਇੱਕ ਗੱਲ ਹੈ ਕਿ ਇਹਨਾਂ ਨਾਲ ਝੂਠ ਨਾ ਬੋਲੋ, ਸੱਚ ਦੱਸ ਦਿਓ, ਤੇ ਇਹ ਸਾਰੇ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਹੀ ਨੇ। ਜੀ ਇੱਕ ਦੋਸਤ ਨੇ ਹੋਰ ਸਵਾਲ ਕੀਤਾ ਹੈ ਜੀ ਕਿ ਅਗਰ ਸਾਰੀ ਫੈਮਿਲੀ ਇੱਥੇ ਕਿਸੇ ਦੀ ਕੋਈ ਜਰਮਨ ਹੈ, ਕੋਈ ਦੋਸਤ ਨੇ, ਉਹਨਾਂ ਦੀ ਕੋਈ ਸਾਰੀ ਫੈਮਿਲੀ ਅਗਰ ਜਰਮਨ ਹੈ ਜੀ, ਤੇ ਆਇਆ ਜਦੋਂ ਡਿਪੋਰਟ ਕਰਦੇ ਨੇ, ਤੇ ਉਹ ਸਾਰੀ ਫੈਮਿਲੀ ਨੂੰ ਡਿਪੋਰਟ ਕਰਨਗੇ ਜਾਂ ਕੁਝ ਫਰਜ਼ ਕਰੋ ਕੋਈ ਆਉਂਦੇ ਨੇ ਤੇ ਉਹਨਾਂ ਦੇ ਕੋਈ ਬੇਬੀ ਇੱਥੇ ਹੁੰਦੇ ਨੇ, ਬੱਚੇ ਹੁੰਦੇ ਨੇ ਇੱਥੇ ਆ ਕੇ, ਉਹਨਾਂ ਨੂੰ ਨਹੀਂ ਕਰਨਗੇ ਜਾਂ ਸਾਰੀ ਫੈਮਿਲੀ ਨੂੰ ਡਿਪੋਰਟ ਕਰਨਗੇ? ਨਹੀਂ, ਤੇ ਇਸ ਵਿੱਚ ਇਹ ਕਾਨੂੰਨ ਇਹਨਾਂ ਦਾ ਜਰਮਨੀ ਦਾ ਜਿੱਦਾਂ ਕਿ ਮੈਨੂੰ ਪਤਾ, ਜੋ ਮੈਂ ਸਮਝਣਾ ਕਿ ਅਗਰ ਡਿਪੋਰਟੇਸ਼ਨ ਹੋਏਗੀ ਜਾਂ ਅਬਸ਼ਿਪ ਹੋਏਗੀ ਤਾਂ ਸਾਰੀ ਫੈਮਿਲੀ ਪੂਰੀ ਨੂੰ ਹੋਏਗੀ। ਇਹਦੇ 'ਚ ਇਹ ਨਹੀਂ ਹੋਏਗਾ ਬੱਚੇ ਰਹਿ ਜਾਣਗੇ ਤੇ ਮਾਂ-ਬਾਪ ਚਲੇ ਜਾਣਗੇ। ਪਹਿਲੇ ਮੈਂ ਸੁਣਿਆ ਸੀ, ਲੇਕਿਨ ਮੈਨੂੰ ਸਹੀ ਤਰ੍ਹਾਂ ਤਾਂ ਨਹੀਂ ਪਤਾ। ਲੇਕਿਨ ਅਗਰ ਫੈਮਿਲੀ ਡਿਪੋਰਟ ਹੋਏਗੀ ਤਾਂ ਪੂਰੀ ਹੋਏਗੀ, ਚਾਹੇ ਬੱਚੇ ਇੱਥੇ ਪੈਦਾ ਹੋਏ ਨੇ, ਚਾਹੇ ਸਕੂਲ ਜਾ ਰਹੇ ਨੇ। ਲਾਸਟ ਟਾਈਮ ਐਸਾ ਵੀ ਹੋਇਆ ਕਿ
ਇੱਥੋਂ ਜਰਮਨੀ ਦੇ ਕਿਸੇ ਇਲਾਕੇ 'ਚ ਮੈਂ ਨਾਮ ਨਹੀਂ ਲੈਣਾ ਚਾਹ ਰਿਹਾ, ਉੱਥੋਂ ਜਿਹੜੇ ਪੜ੍ਹਦੇ ਬੱਚੇ ਨੇ ਔਰ ਬੜੀ ਅੱਛੀ ਹਾਈ ਸਟੱਡੀ ਪੜ੍ਹ ਰਹੇ ਸਨ, ਉਹਨਾਂ ਨੂੰ ਵੀ ਉਹਨਾਂ ਨੇ ਡਿਪੋਰਟ ਕੀਤਾ ਹੈ। ਉਹਨਾਂ ਨੇ ਬੜੀ ਅਪੀਲ ਕੀਤੀ, ਬਹੁਤ ਕੁਝ ਕੀਤਾ ਹੈ, ਲੇਕਿਨ ਇਹ ਹਕੂਮਤ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ। ਅਗਰ ਫੈਮਿਲੀ ਡਿਪੋਰਟ ਹੋਏਗੀ ਤਾਂ ਸਾਰੀ ਫੈਮਿਲੀ ਡਿਪੋਰਟ ਹੋਏਗੀ। ਉਹਦੇ ਵਿੱਚ ਇਹ ਤਲਕ ਨਹੀਂ ਕਿ ਜਰਮਨ 'ਚ ਬੱਚਾ ਪੈਦਾ ਹੋਇਆ ਹੈ ਤੇ ਜਾਂ ਪਾਕਿਸਤਾਨ 'ਚ ਬੱਚਾ ਪੈਦਾ ਹੋਇਆ ਤਾਂ ਉਹਨਾਂ 'ਚ ਕੋਈ ਫਰਕ ਹੈ। ਅਗਰ ਉਹ ਡਿਪੋਰਟ ਕਰਨਗੇ ਤਾਂ ਪੂਰੀ ਫੈਮਿਲੀ ਡਿਪੋਰਟ ਕਰਨਗੇ। ਕਿ ਦੋਸਤ ਨੇ ਹੋਰ ਸਵਾਲ ਕੀਤਾ ਹੈ ਕਿ ਜਰਮਨ ਜਿਹੜਾ ਨੇ ਉਹ ਡਿਪੋਰਟ ਵੀ ਕਰਦਾ ਹੈ ਔਰ ਕੇਸ ਪਾਸ ਵੀ ਕਰਦਾ ਬਿਲਕੁਲ ਹੈ। ਜੀ। ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਦੇ ਕੇਸ ਪਾਸ ਹੁੰਦੇ ਨੇ ਔਰ ਕਿਹੜੇ ਲੋਕ ਨੇ ਜਿਹੜੇ ਡਿਪੋਰਟ ਹੁੰਦੇ ਨੇ ਇੱਥੋਂ ਜਰਮਨੀ ਦੇ ਵਿੱਚੋਂ। ਇਹਦੇ ਵਿੱਚ ਐਗਜ਼ੈਕਟ ਨਹੀਂ ਕਹਿ ਸਕਦੇ ਬੰਦੇ, ਕਿਉਂਕਿ ਇਹਨਾਂ ਦੀ ਮਰਜ਼ੀ ਹੈ, ਇਹਨਾਂ ਦੀ ਅਦਾਲਤਾਂ ਦੀ ਮਰਜ਼ੀ ਹੈ। ਲੇਕਿਨ ਇਹਦੇ ਵਿੱਚ ਇਹ ਵੇ ਕਿ ਜਿਹੜੇ ਦੋਸਤ ਡਿਪੋਰਟ ਹੁੰਦੇ ਨੇ ਉਹਨਾਂ ਦਾ ਕੇਸ ਕਮਜ਼ੋਰ ਹੁੰਦੇ ਨੇ ਔਰ ਕਾਫੀ ਕਮਜ਼ੋਰ ਕੇਸ ਹੁੰਦਾ ਹੈ, ਜਾਂ ਕੁਛ ਉਹ ਆਪਣੇ ਕੇਸ 'ਚ ਗਲਤ ਬਿਆਨੀ ਕਰ ਬੈਂਦੇ ਨੇ ਜਿਹਦੀ ਵਜ੍ਹਾ ਨਾਲ ਡਿਪੋਰਟ ਹੁੰਦੇ ਨੇ। ਔਰ ਜਿਨ੍ਹਾਂ ਦੇ ਕੇਸ ਪਾਸ ਹੁੰਦੇ ਨੇ ਉਹਨਾਂ ਦੇ ਕੇਸ ਕਾਫੀ ਸੋਲਿਡ ਹੁੰਦੇ ਨੇ, ਉਹਨਾਂ ਦੀ ਪ੍ਰੋਟੋਕਾਲ ਜਿਹੜੀ ਹੁੰਦੀ ਉਹ ਅੱਛੀ ਹੁੰਦੀ, ਬਿਆਨ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਬਿਆਨ ਅੱਛੇ ਹੁੰਦੇ ਨੇ, ਕਈਆਂ ਕੋਲ ਸਬੂਤ ਅੱਛੇ ਹੁੰਦੇ ਨੇ। ਕਿਉਂਕਿ ਜਰਮਨੀ ਦੇ ਵਿੱਚ ਅਗਰ ਤੁਸੀਂ ਕੇਸ ਕਰਾਉਂਦੇ ਹੋ ਤੇ ਤੁਹਾਡੇ ਤੇ ਕੋਈ FIR ਕੱਟੀ ਹੈ, ਕੋਈ ਤੁਹਾਡੇ ਕੋਲ ਸਬੂਤ ਹੈ ਜਿਹੜਾ ਪਾਕਿਸਤਾਨੀ ਹੁਕੂਮਤ ਦੇ ਮੁਤਲਕ ਹੈ, ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ ਹੈ ਜਾਂ FIR ਕੱਟੀ ਗਈ ਹੈ ਤੇ ਉਹ ਤੁਹਾਡੇ ਹੱਕ 'ਚ ਹੋਏਗਾ। ਔਰ ਇਹਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਕੋਈ ਕਾਨੂੰਨ ਤੁਸੀਂ FIR ਦਿੱਤੀ ਹੈ ਔਰ FIR ਦਾ ਇਹ ਮਤਲਬ ਹੈ ਕਿ ਅਗਰ ਤੁਸੀਂ ਦਿੱਤੀ ਹੈ ਤਾਂ ਉਹ ਜਿਹੜੀ ਅਦਾਲਤ ਹੈ ਉਹ ਪਾਕਿਸਤਾਨ ਐਮਬੈਸੀ ਨੂੰ ਭੇਜੇਗੀ। ਪਾਕਿਸਤਾਨ ਐਮਬੈਸੀ ਪਾਕਿਸਤਾਨੀ ਪੁਲਿਸ ਦੇ ਥਰੂ ਉਹਦੀ ਇਨਵੈਸਟੀਗੇਸ਼ਨ ਕਰਾਏਗੀ। ਅਗਰ ਉਹ FIR ਸੱਚੀ ਹੈ ਤੁਹਾਨੂੰ ਦਾ ਪੂਰਾ ਬੈਨੀਫਿਟ ਮਿਲੇਗਾ ਔਰ ਤੁਹਾਡੇ ਉਹ ਹੱਕ 'ਚ ਹੋਏਗੀ। ਅਗਰ ਗਲਤ ਹੈ ਤਾਂ ਫਿਰ ਅਗਰ ਗਲਤ ਹੈ ਤਾਂ ਉਹ ਤੁਹਾਡਾ ਕੇਸ ਰਿਜੈਕਟ ਹੋਏਗਾ ਔਰ ਬਲਕਿ ਤੁਹਾਨੂੰ ਫਿਰ ਡਿਪੋਰਟ ਵੀ ਕਰਨਗੇ। ਇਸ ਲਈ ਇਹ ਚੀਜ਼ ਹੈ ਜੀ। ਅੱਛਾ, ਇੱਕ ਦੋਸਤ ਨੇ ਹੋਰ ਸਵਾਲ ਪੁੱਛਿਆ ਸਾਡੇ ਕੋਲੋਂ ਜੀ ਤੁਹਾਡੇ ਤੇ ਉਹਨੇ ਕਿਹਾ ਕਿ ਜਿਹੜੇ ਪੈਦਲ ਲੋਕ ਆਉਂਦੇ ਨੇ ਜੀ ਜਰਮਨੀ ਦੇ ਵਿੱਚ ਹਾਂ, ਔਰ ਹਾਂ। ਜਿਹੜੇ ਬਾਈ ਡੋਂਕੀ ਲਾ ਕੇ। ਹਾਂਜੀ ਡੋਂਕੀ ਲਾ ਕੇ ਜੀ। ਆਉਂਦੇ ਨੇ ਔਰ ਜਿਹੜੇ ਬਾਈ 에ਅਰ ਆਉਂਦੇ ਨੇ ਜੀ। ਉਹਨਾਂ ਦੇ ਕੋਈ ਕੇਸ ਦੇ ਵਿੱਚ ਕੋਈ ਹੁੰਦਾ ਹੈ ਕੀ ਫਰਕ ਹੈ, ਯਾਨੀ ਕਿ ਉਹਨਾਂ ਦੇ ਵਿੱਚ ਅਗਰ ਕੇਸ ਕਰਵਾਉਂਦੇ ਨੇ ਇੱਥੇ, ਕਿਉਂਕਿ ਬਾਈ 에ਅਰ ਜਿਹੜੇ ਆਉਂਦੇ ਨੇ ਉਹ ਤੇ ਡਾਇਰੈਕਟ ਉਸੇ ਕੰਟਰੀ ਦੇ ਵਿੱਚ ਆਉਂਦੇ ਨੇ ਔਰ ਜਿਹੜੇ ਬਾਈ ਰੋਡ ਆਉਂਦੇ ਨੇ ਉਹ ਦੂਸਰੇ ਕੰਟਰੀ ਦੇ ਵਿੱਚੋਂ ਹੋ ਕੇ ਆਉਂਦੇ ਨੇ। ਇਹਦਾ ਤੈਯਬ ਸਾਹਿਬ ਇਹ ਜਵਾਬ ਹੈ ਕਿ ਜਿਹੜੇ ਪੈਦਲ ਆਉਂਦੇ ਨੇ ਉਹਨਾਂ ਦਾ ਕੇਸ ਕਮਜ਼ੋਰ ਹੁੰਦਾ ਹੈ ਔਰ ਜਿਹੜੇ ਬਾਈ 에ਅਰ ਆਉਂਦੇ ਨੇ ਉਹ ਡਾਇਰੈਕਟ ਚੂੰਕਿ ਜਰਮਨੀ 'ਚ ਹੀ ਲੈਂਡ ਕਰਦੇ ਨੇ ਤੇ ਉਹਨਾਂ ਦਾ ਕੇਸ ਜ਼ਿਆਦਾ ਸਟਰੋਂਗ ਹੁੰਦਾ ਹੈ। ਉਹਨਾਂ ਦੀ ਪੁਲਿਸ ਨੂੰ ਔਰ ਅਦਾਰਿਆਂ ਨੂੰ ਪਤਾ ਹੁੰਦਾ ਕਿ ਡਾਇਰੈਕਟ ਇਹ ਬੰਦਾ ਇਸੇ 에ਅਰਪੋਰਟ ਤੇ ਆਇਆ ਹੈ, ਉਹਦੇ ਫਿੰਗਰ ਹੁੰਦੇ ਨੇ, ਹਰ ਚੀਜ਼ ਹੁੰਦੀ ਹੈ ਤਾਂ ਕਿ ਉਹ ਜਰਮਨੀ 'ਚ ਉੱਤੇ ਲੈਂਡ ਕਰਦਾ, ਉਹਦਾ ਕੇਸ ਜ਼ਿਆਦਾ ਸਟਰੋਂਗ ਹੁੰਦਾ ਹੈ। ਔਰ ਜਿਹੜੇ ਮੇਰੇ ਦੋਸਤ ਵਿਚਾਰੇ ਪੈਦਲ ਆਉਂਦੇ ਨੇ, ਡੋਂਕੀਆਂ ਲਾ ਕੇ ਆਉਂਦੇ ਨੇ, ਮੇਰੀ ਸਲਾਹ ਔਰ ਮਸ਼ਵਰਾ ਔਰ ਕਾਨੂੰਨ ਇਹ ਕਹਿੰਦਾ ਕਿ ਜਿਹੜੇ ਮੁਲਕ ਦੇ ਵਿੱਚ ਉਹਨਾਂ ਦਾ ਪਹਿਲੇ ਫਿੰਗਰ ਹੋ ਗਏ ਨੇ ਉਹਨਾਂ ਲਈ ਬਿਹਤਰ ਹੈ ਕਿ ਉਸੇ ਮੁਲਕ ਦੇ ਵਿੱਚ ਸਾਇਲਮ ਕਰ ਦੇਣ। ਕਿਉਂਕਿ ਜਿਹੜੇ ਦੋਸਤ ਮਸਲਾਂ ਕੋਈ ਦੋਸਤ ਇਹ ਗ੍ਰੀਸ ਵੱਲੋਂ ਇਟਲੀ 'ਚ ਆਇਆ ਹੈ ਔਰ ਇਟਲੀ 'ਚੋਂ ਅੱਗੇ ਜਰਮਨੀ 'ਚ ਆਉਂਦਾ ਹੈ ਤੇ ਜਾਂ ਸਪੇਨ 'ਚ ਉਹ ਆਇਆ ਪਾਣੀ ਦੇ ਰਸਤੇ ਜਾਂ ਜੋ ਵੀ ਹੈ ਤੇ ਉਸ ਜਰਮਨੀ 'ਚ ਆਉਂਦਾ ਹੈ ਔਰ ਅਗਰ ਉਹਦੇ ਪਹਿਲੇ ਫਿੰਗਰ ਜਿਹੜੇ ਨੇ ਉਹ ਹੋ ਗਏ ਨੇ ਉੱਥੇ ਤੇ ਦੁਬਾਰਾ ਆ ਕੇ ਜਰਮਨੀ 'ਚ ਕੇਸ ਕਰਾਏਗਾ ਤਾਂ ਉਹਦਾ ਕੇਸ ਖਰਾਬ ਹੋ ਜਾਏਗਾ। ਕਿਉਂਕਿ ਮੇਰੇ ਸੁਣਨ 'ਚ ਇਹ ਹੈ ਕਿ ਉਹਨਾਂ ਦਾ ਇੱਕ ਲਾਅ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹਦੇ ਫਿੰਗਰ ਨਿਕਲੇ ਨੇ, ਉਹ ਕਹਿੰਦੇ 6 ਮਹੀਨੇ ਦਾ ਟਾਈਮ ਹੈ ਤੇ ਇੱਥੋਂ ਵਾਪਸ ਉਸ ਮੁਲਕ ਚਲ ਜਾ। ਅਗਰ ਨਹੀਂ ਜਾਏਗਾ ਤਾਂ ਉਹਨੂੰ ਖੁਦ ਰਿਪੋਰਟ ਕਰ ਦੇਣਗੇ ਕਿ ਬੰਦਾ ਇਟਲੀ ਤੋਂ ਆਇਆ ਹੈ ਤਾਂ ਉਹਨੂੰ ਵਾਪਸ ਇਟਲੀ ਭੇਜ ਦੇਣਗੇ। ਤੇ ਇਹਦੇ ਲਈ ਬਿਹਤਰ ਹੈ ਕਿ ਜਿਹੜਾ ਬੰਦਾ ਜਿਹੜੇ ਮੁਲਕ ਦੇ ਵਿੱਚ ਆਉਂਦਾ ਹੈ ਅਗਰ ਉਹਦੇ ਫਿੰਗਰ ਉਸ ਮੁਲਕ 'ਚ ਹੋ ਗਏ ਨੇ ਤੇ ਉਹਨੂੰ ਚਾਹੀਦਾ ਕਿ ਉੱਥੇ ਹੀ ਸਾਇਲਮ ਕਰ ਦੇ। ਲੇਕਿਨ ਇਹਦੇ ਵਿੱਚ ਕੁਝ ਕਬਾਹਤਾਂ ਇਹ ਨੇ ਕਿ ਕਈ ਮੁਲਕ ਨਾ ਸੋਸ਼ਲ ਸਿਸਟਮ ਹੈ, ਨਾ ਉਹਨਾਂ ਦਾ ਕਾਰ ਹੈਲਥ ਸਿਸਟਮ ਹੈ, ਨਾ ਰਿਹਾਇਸ਼ ਸਿਸਟਮ ਹੈ। ਜਿਵੇਂ ਇਟਲੀ ਹੋ ਗਿਆ, ਸਪੇਨ ਹੋ ਗਿਆ, ਇਹਨਾਂ ਮੁਲਕਾਂ 'ਚ ਜਰਮਨੀ ਦਾ ਹੈਲਥ ਸਿਸਟਮ, ਰਿਹਾਇਸ਼ ਸਿਸਟਮ ਔਰ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀਜ਼ ਉਹ ਮਿਲਦੀਆਂ ਨੇ। ਇਸ ਲਈ ਸਾਰੇ ਦੋਸਤ ਚਾਹੁੰਦੇ ਨੇ ਕਿ ਅਸੀਂ ਜਰਮਨੀ ਹੀ ਆਈਏ। ਇਹਦੇ ਵਿੱਚ ਹੁਣ ਆਪਣੀ ਰਾਏ ਉਸਦੀ, ਲੇਕਿਨ ਕਾਨੂੰਨੀ ਤੌਰ ਤੇ ਅਗਰ ਕੇਸ ਸਿਰਫ ਪੇਪਰਾਂ ਨਹੀਂ ਸੋਚਣਾ ਜਾਂ ਕੇਸ ਦੇ ਬਾਰੇ ਸੋਚਣਾ ਹੈ ਤੇ ਫਿਰ ਜਿਹੜੇ ਮੁਲਕ ਦੇ ਵਿੱਚ ਤੁਹਾਡੇ ਪਹਿਲੇ ਯੂਰਪ ਦੇ ਕਿਸੇ ਵੀ ਮੁਲਕ ਵਿੱਚ ਫਿੰਗਰ ਹੋ ਜਾਣ ਤੁਹਾਨੂੰ ਚਾਹੀਦਾ ਕਿ ਉੱਥੇ ਸਟੇ ਕਰੋ ਔਰ ਉੱਥੋਂ ਅੱਗੇ ਨਾ ਆਓ। ਕਾਨੂੰਨੀ ਤੌਰ ਤੇ ਇਹ ਵੇ। ਲੇਕਿਨ ਦੋਸਤ ਆਉਂਦੇ ਨੇ ਇੱਥੇ ਕੇਸ ਕਰਾਉਂਦੇ ਵੀ ਨੇ, ਇੱਥੇ ਕੇਸ ਪਾਸ ਵੀ ਹੁੰਦੇ ਨੇ। ਬਾਕੀ ਹਰ ਬੰਦੇ ਦੀ ਆਪਣੀ ਮਰਜ਼ੀ ਹੈ। ਸਿਰਫ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਤੇ ਉਹੀ ਦੱਸ ਕਰਨਾ। ਯਾਨੀ ਕਿ ਅਗਰ ਤੁਸੀਂ ਜੀ ਇਹ ਵੀ ਕਹਿ ਸਕਦੇ ਹੋ ਕਿ ਮਤਲਬ ਕਿ ਅਗਰ ਬਾਈ ਰੋਡ ਜਿਹੜੇ ਲੋਕ ਆਉਂਦੇ ਨੇ ਦੋਸਤ ਆਉਂਦੇ ਨੇ ਉਹ ਕੋਸ਼ਿਸ਼ ਕਰਨ ਬਚਣ ਕਿ ਕਿਤੇ ਨਾ ਕੋਈ ਜਾਂ ਉਹਨਾਂ ਦੇ ਵਗੈਰਾ ਨਾ ਹੋਣ ਉਹਨਾਂ ਦੇ, ਜਾਂ ਉਹਨਾਂ ਦੇ ਕਿਤੇ ਫਿੰਗਰ ਨਾ ਹੋਣ ਔਰ ਫਿੰਗਰਾਂ ਤੋਂ ਬਚਣ। ਤੇ ਅਗਰ ਬਾਹਫਾਜ਼ ਤਰੀਕੇ ਨਾਲ ਇੱਥੇ ਪਹੁੰਚ ਜਾਣ ਜਰਮਨੀ ਦੇ ਵਿੱਚ ਫਿਰ ਉਹਨਾਂ ਦਾ ਕੇਸ ਠੀਕ ਹੈ। ਅਗਰ ਉਹਨਾਂ ਦਾ ਫਿੰਗਰ ਕਿਤੇ ਹੋ ਚੁੱਕੇ ਨਹੀਂ ਜਾਂ ਕਿਸੇ ਹੋਰ ਮੁਲਕ 'ਚੋਂ ਆਏ ਨੇ ਤੇ ਉਹਨਾਂ ਦਾ ਕੰਮ ਖਰਾਬ ਹੈ। ਯਾਨੀ ਦੋਸਤ ਕੋਸ਼ਿਸ਼ ਕਰਨ ਕਿ ਇਸ ਚੀਜ਼ ਤੋਂ ਬਚਣ ਕਿ ਉਹਨਾਂ ਦੇ ਫਿੰਗਰ ਹੋਣ ਇਸ ਯੂਰਪ ਦੇ ਵਿੱਚ। ਬਿਲਕੁਲ। ਅਗਰ ਉਹਨਾਂ ਨੇ ਮੇਰਾ ਇੱਕ ਦੋਸਤ ਹੈ ਉਹ ਦੁਬਈ 'ਚ ਸੀ ਪਹਿਲੇ, ਉਹਨੇ ਦੁਬਈ 'ਚ ਵੀਜ਼ਾ ਲਿਆ, ਜਰਮਨੀ ਆ ਗਿਆ। ਉਹ ਜਰਮਨੀ ਆਇਆ 1.5 ਸਾਲ ਬਾਅਦ ਉਹਦੇ ਫਿੰਗਰ ਨਿਕਲ ਆਏ ਉਹਨਾਂ ਦੇ ਕਿ ਇਹ ਦੁਬਈ ਤੋਂ ਆਇਆ ਹੈ ਟਰੈਵਲ ਕਰਕੇ। ਉਹਨਾਂ ਨੇ ਵਾਪਸ ਉਹਨੂੰ ਕਿਹਾ ਕਿ ਮੁਲਕ ਛੱਡ ਦੇ, ਤੂੰ ਉਸ ਮੁਲਕ ਦੇ ਵਿੱਚ ਜਾ। ਠੀਕ ਹੈ, ਯੂਰਪ ਦੇ ਵਿੱਚ ਦੁਬਈ ਤੇ ਨਹੀਂ ਆਂਦਾ, ਉਹਨੂੰ ਸਟੇ ਤੇ ਮਿਲ ਗਿਆ, ਲੇਕਿਨ ਉਹਦੇ ਕੇਸ ਦਾ ਕੁਝ ਨਹੀਂ ਬਣਿਆ। ਬਲਕਿ ਉਹਨੂੰ ਕਹਿ ਲਓ ਕਿ ਉਹਦਾ ਕਾਫੀ ਕੇਸ ਖਰਾਬ ਹੈ
ਤੇ ਉਹ ਕਹਿੰਦੇ ਨੇ ਕਿ ਤੂੰ ਪਾਕਿਸਤਾਨ 'ਚ ਤੋਂ ਨਿਕਲ ਆਇਆ ਹੈ। ਇਹ ਬੜੀ ਜ਼ੇਰੇ ਗੌਰ ਗੱਲ ਹੈ। ਉਹ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਤੈਨੂੰ ਮਸਾਇਲ ਆਏ ਸਨ, ਤੂੰ ਪਾਕਿਸਤਾਨ 'ਚੋਂ ਨਿਕਲ ਆਇਆ ਹੈ, ਜਿਹੜਾ ਵੀ ਤੈਨੂੰ ਮਸਾਇਲ ਸੀ, ਤੂੰ ਹੋਰ ਕਿਸੇ ਕੰਟਰੀ ਵਿੱਚ ਤਾਂ ਚਲਾ ਗਿਆ ਨਾ। ਦੁਬਈ ਗੈਰ ਕੰਟਰੀ ਹੈ, ਪਾਕਿਸਤਾਨ ਤਾਂ ਨਹੀਂ ਨਾ। ਉਹ ਕਹਿੰਦੇ ਨੇ ਅਗਰ ਤੂੰ ਦੁਬਈ 'ਚ ਆ ਗਿਆ ਸੈਂ, ਤੈਨੂੰ ਚਾਹੀਦਾ ਸੀ ਕਿ ਉੱਥੇ ਰਹਿੰਦਾ, ਉੱਥੇ ਆਪਣਾ ਕੰਮ ਕਰਦਾ, ਖਾਂਦਾ ਪੀਂਦਾ, ਤੂੰ ਜ਼ਰੂਰੀ ਜਰਮਨ ਹੀ ਕਿਉਂ ਆਇਆ ਹੈ? ਠੀਕ ਉਹਦਾ ਕੇਸ ਚੱਲ ਰਿਹਾ, ਲੇਕਿਨ ਉਹਦਾ ਕੇਸ ਕੋਈ ਸਟਰੋਂਗ ਬੇਸ ਤੇ ਨਹੀਂ ਚੱਲ ਰਿਹਾ। ਔਰ ਇਹ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਵਾਸਤੇ ਵੀ ਨਵੀਂ ਹੈ ਜੀ ਤੇ ਦੋਸਤਾਂ ਵਾਸਤੇ ਵੀ, ਕਿਉਂਕਿ ਅੱਗੇ ਅਸੀਂ ਸੁਣਿਆ ਸੀ ਕਿ ਯੂਰਪ ਦੇ ਕਿਸੇ ਕੰਟਰੀ ਦੇ ਵਿੱਚ ਤੁਹਾਡੇ ਹੋ ਜਾਣ ਫਿੰਗਰ ਹੋਣ ਤੇ ਫਿਰ ਉੱਥੇ ਤੁਹਾਨੂੰ ਭੇਜਦੇ ਨੇ, ਬਾਕੀ ਕੋਈ ਮਸਲਾ ਨਹੀਂ। ਉਹਨੂੰ ਦੁਬਈ ਦਾ ਬਕਾਇਦਾ ਕਿਹਾ ਕਿ ਤੂੰ ਦੁਬਈ ਜਾ। ਦੁਬਈ ਉਹਦਾ ਸਮਝਣ ਵਾਲਾ ਪੁਆਇੰਟ ਬਹੁਤ ਬਰੀਕੀ ਦਾ ਹੈ। ਉਹਨਾਂ ਨੇ ਕਿਹਾ ਕਿ ਤੈਨੂੰ ਪਾਕਿਸਤਾਨ ਦੇ ਵਿੱਚ ਪ੍ਰੋਬਲਮ ਸੀ, ਜੋ ਵੀ ਪ੍ਰੋਬਲਮ ਸੀ, ਤੇ ਉਸ ਤੋਂ ਬਾਅਦ ਤੂੰ ਮੁਲਕ ਤੇ ਛੱਡਤਾ ਨਾ, ਪਾਕਿਸਤਾਨ ਛੱਡ ਕੇ ਤੂੰ ਹਜ਼ਾਰਾਂ ਮੀਲ ਦੁਬਈ ਆ ਗਿਆ। ਤੂੰ ਦੁਬਈ ਆਪਣਾ ਕੰਮ ਕਰ, ਸਟੇ ਕਰ, ਆਪਣਾ ਜੋ ਕਰ, ਜ਼ਰੂਰੀ ਜਰਮਨ ਨੂੰ ਕਿਉਂ ਅਪਰੋਚ ਦਿੱਤੀ ਤੂੰ? ਇਹ ਸਾਡੇ ਵਾਸਤੇ ਉਹ ਇਸ ਚੀਜ਼ ਨੂੰ ਇਨਫੋਰਮੇਸ਼ਨ ਹੈ। ਜਰਮਨੀ ਹਕੂਮਤ ਇਸ ਚੀਜ਼ ਨੂੰ ਨਹੀਂ ਮੰਨਦੀ ਕਿ ਇੱਥੇ ਸੋਸ਼ਲ ਸਿਸਟਮ ਇੱਥੇ ਆ ਚੀਜ਼ਾਂ, ਸਾਰੀ ਦੁਨੀਆ ਇੱਥੇ ਆ ਜੇ। ਕਈ ਸਵਾਲਾਂ ਜਵਾਬ ਚੋਂ ਗਵਰਨਮੈਂਟ ਹਕੂਮਤ, ਜਰਮਨ ਦੀ ਹਕੂਮਤ ਜਾਂ ਜੱਜ ਇਹ ਵੀ ਕਹਿੰਦੇ ਨੇ ਕਿ ਇਹਦਾ ਮਤਲਬ ਕਿ ਸਾਰੀ ਦੁਨੀਆ ਦੇ ਸਾਰੀ ਦੁਨੀਆ ਜਿਹਨੂੰ ਪ੍ਰੋਬਲਮ ਹੈ ਉਹ ਸਾਰੀ ਦੁਨੀਆ ਜਰਮਨ ਚ ਆ ਜਾਏਗੀ। ਸਹੀ। ਇਹਦਾ ਇਹ ਜਵਾਬ ਹੈ ਕਿ ਜਿਹੜਾ ਦੋਸਤ ਕੋਸ਼ਿਸ਼ ਕਰੇ ਕਿ ਬਾਈ ਰੋਡ ਆਏ, ਬਾਈ ਜਿਸ ਤਰ੍ਹਾਂ ਵੀ ਆਏ, ਜਰਮਨੀ ਚ ਬਾਫਾਸ ਪਹੁੰਚ ਜਾਵੇ, ਕੇਸ ਕਰਵਾ ਲੇ। ਅਗਰ ਖੁਦਾ ਨਾ ਖਾਸਤਾ ਉਹਦਾ ਕੇਸ ਕਿਸੇ ਹੋਰ ਮੁਲਕ 'ਚ ਫਿੰਗਰ ਹੋ ਗਏ ਨੇ, ਉਹਨੂੰ ਚਾਹੀਦਾ ਕਿ ਉੱਥੇ ਆਪਣਾ ਕੇਸ ਦੇਖਿਓ, ਉਹਦੇ ਪੇਪਰ ਬੰਦ ਨਹੀਂ ਬੰਦ ਨੇ, ਫਿਰ ਦੁਬਾਰਾ ਕਿਤੇ ਮੂਵ ਹੋਵੇ। ਇਹਦਾ ਜਵਾਬ ਹੈ ਦੋਸਤੋ। ਅੱਛਾ, ਇੱਕ ਦੋਸਤ ਨੇ ਹੋਰ ਸਵਾਲ ਸਾਡੇ ਕੋਲੋਂ ਕੀਤਾ ਵੇ ਜੀ ਜੀ ਕਿ ਜਿਹੜੇ ਲੋਕ ਖੁਦ ਕੇਸ ਤਿਆਰ ਕਰਦੇ ਨੇ, ਇੱਥੇ ਆਉਂਦੇ ਨੇ, ਯਾਨੀ ਜੀ, ਕਿ ਜੀ। ਉਹ ਬੇਬੁਨਿਆਦ ਹੁੰਦੇ ਨੇ, ਯਾਨੀ ਕਿ ਉਹਨਾਂ ਦਾ ਕੋਈ ਹਕੀਕਤ ਜੀ, ਦੇ ਨਾਲ ਜੀ। ਕੋਈ ਤਾਲੁਕ ਨਹੀਂ ਹੁੰਦਾ, ਤੇ ਆਇਆ ਇੱਥੇ ਦੀ ਜਿਹੜੀ ਗਵਰਨਮੈਂਟ ਹੈ ਜਿੱਥੇ ਜਾਂਦੇ ਨੇ ਕੇਸ ਕਰਵਾਉਂਦੇ ਨੇ, ਉਹ ਪਿੱਛੇ ਪਾਕਿਸਤਾਨ ਜਾਂ ਜਿਹੜੇ ਵੀ ਕੰਟਰੀ ਦੇ ਵਿੱਚੋਂ ਕੋਈ ਆਂਦਾ ਹੈ ਉਹ ਤੋਂ ਤਸਦੀਕ ਕਰਵਾਉਂਦੇ ਨੇ ਉਸ ਕੇਸ ਦੀ ਜਾਂ ਉਹਦੇ ਵਾਕਿਆਤ ਦੀ, ਜਾਂ ਜੋ ਉਹਦੇ ਨਾਲ ਹੋਇਆ ਬੀਤਿਆ, ਜੋ ਵੀ। ਬਿਲਕੁਲ ਸਹੀ ਹੈ। ਲੇਕਿਨ ਦੇਖੋ, ਜੇ ਤੁਸੀਂ ਕੇਸ ਦੇ ਵਿੱਚ ਸਬੂਤ ਦਿਓਗੇ ਫਿਰ ਉਹਦੀ ਇਨਕੁਆਇਰੀ ਕਰਾਉਣਗੇ। ਅਗਰ ਤੁਸੀਂ ਸਬੂਤ ਨਹੀਂ ਦਿਓਗੇ ਤੇ ਉਹ ਇਨਕੁਆਇਰੀ ਕਾਹਦੀ ਕਰਾਉਣਗੇ? ਲੇਕਿਨ ਜਿਹੜੇ ਦੋਸਤਾਂ ਨੂੰ ਪਤਾ ਨਹੀਂ ਹੁੰਦਾ ਔਰ ਉਹ ਬੇਬੁਨਿਆਦ ਔਰ ਝੂਠੇ ਕੇਸ ਔਰ ਬਿਲਕੁਲ ਕਮਜ਼ੋਰ ਕੇਸ ਜਿਹੜੇ ਨੇ ਉਹ ਆਪਣੇ ਫਾਈਲ ਕਰਦੇ ਨੇ, ਉਹਨਾਂ ਦੀ ਕੇਸ ਦੀ ਬਿਲਕੁਲ ਸੁਣਵਾਈ ਤੇ ਹੁੰਦੀ ਹੈ, ਲੇਕਿਨ ਕਮਜ਼ੋਰ ਕੇਸ ਹੁੰਦੇ ਨੇ ਔਰ ਉਹ ਰਿਜੈਕਟ ਹੋ ਜਾਂਦੇ ਨੇ। ਦੋਸਤਾਂ ਨੂੰ ਚਾਹੀਦਾ ਕਿ ਅਗਰ ਜੈਸੇ ਵੀ ਹਾਲਾਤ ਚਾਹੇ ਨੇ, ਪਹਿਲੇ ਕਿਸੇ ਸੀਨੀਅਰ ਨਾਲ ਮਿਲ ਕੇ ਮਸ਼ਵਰਾ ਕਰਨ। ਬਿਲਕੁਲ ਇਸ ਤਰ੍ਹਾਂ ਮਸ਼ਵਰਾ ਕਰਨ, ਮਸ਼ਵਰੇ ਤੋਂ ਬਾਅਦ ਆਪਣਾ ਅੱਛਾ ਕੇਸ ਔਰ ਸਟਰੋਂਗ ਕੇਸ ਜਿਹੜਾ ਉਹ ਫਾਈਲ ਕਰਨ। ਉਹਨਾਂ ਨੂੰ ਬੜੀ ਜ਼ਿਆਦਾ ਸਪੋਰਟ ਮਿਲ ਸਕਦੀ ਹੈ, ਅੱਛੀ ਰੈਜ਼ੀਡੈਂਸੀ ਮਿਲ ਸਕਦੀ ਹੈ, ਹਰ ਚੀਜ਼ ਅੱਛੀ ਹੋ ਸਕਦੀ ਹੈ। ਮੇਰਾ ਇੱਕ ਦੋਸਤ ਹੈ, ਉਹ ਲਾਸਟ ਟਾਈਮ ਗੁਜਰਾਂਵਾਲੇ ਚੋਂ ਆਇਆ ਹੈ ਕਿ ਉਹ ਇੱਕ ਸਿਆਸੀ ਪਾਰਟੀਆਂ ਤਲਕ ਰੱਖਦਾ ਹੈ। ਮੈਂ ਦੱਸ ਨਹੀਂ ਸਕਦਾ ਜੋ ਵੀ ਹੈ, ਉਹ ਸਿਆਸੀ ਪਾਰਟੀਆਂ ਤਲਕ ਉਹਦਾ, ਉਹਨੂੰ ਇੱਕ ਫਾਇਰ ਲੱਗਾ ਸੀ ਤੇ ਉਹਨੇ ਇੱਥੇ ਆ ਕੇ ਕਿਹਾ ਕਿ ਇੰਝ ਸਾਡੀ ਲੜਾਈ ਹੋਈ ਹੈ ਸਿਆਸੀ ਬੇਸ ਤੇ ਉਹਦੀ ਲੱਤ 'ਚ ਫਾਇਰ ਲੱਗ ਗਿਆ ਤੇ ਉਹ FIR ਕੱਟੀ ਹੈ ਜੋ ਵੀ ਹੈ। ਉਹਨਾਂ ਨੇ ਕਿਹਾ ਠੀਕ ਹੈ, ਅਗਰ ਤੂੰ ਕਹਿ ਰਿਹਾ ਅਸੀਂ ਪਤਾ ਕਰਾ ਲੈਂਦੇ ਹਾਂ। ਉਹ ਜਦੋਂ ਉਹਨਾਂ ਨੇ ਜਰਮਨ ਹਕੂਮਤ ਗੀਜ਼ਨ ਵਾਲਿਆਂ ਨੇ ਪਾਕਿਸਤਾਨ ਅੰਬੈਸੀ ਨੂੰ ਕੇਸ ਰੈਫਰ ਕੀਤਾ, ਪਾਕਿਸਤਾਨ ਅੰਬੈਸੀ ਨੇ ਇਸਲਾਮਾਬਾਦ ਨੇ ਉੱਥੇ ਗੁਜਰਾਂਵਾਲੇ ਰੈਫਰ ਕੀਤਾ। ਗੁਜਰਾਂਵਾਲੇ ਥਾਣੇ ਨੇ ਉਹਦੇ ਜਾ ਕੇ ਤਸਦੀਕ ਕੀਤੀ ਕਿ ਹਾਂ ਇਸ ਬੰਦੇ ਤੇ ਇਸ ਸੰਨ ਦੇ ਵਿੱਚ ਕੇਸ ਹੋਇਆ ਔਰ ਦੋ ਮੁਖਾਲਫ ਪਾਰਟੀਆਂ ਆਪਸ ਲੜੀਆਂ ਨੇ ਔਰ ਇਹਨੂੰ ਜਾਨ ਦਾ ਖਤਰਾ ਹੈ, ਔਰ ਉਹਦਾ ਕੇਸ ਅਲਹਮਦੁਲਿਲਾ ਇਸ ਟਾਈਮ ਪਾਸ ਹੋ ਗਿਆ ਔਰ ਉਹਨੂੰ ਉਹਦੀ ਸਿਰਫ ਇਨਕੁਆਇਰੀ ਬੇਸ ਤੇ ਉਹਨੂੰ ਪੇਪਰ ਮਿਲ ਗਏ ਨੇ ਕਿ ਇਹ ਜੋ ਬੰਦੇ ਨੇ ਕਿਹਾ ਠੀਕ ਕਿਹਾ ਹੈ। ਇਹ ਬਾਰ-ਬਾਰ ਗੱਲਾਂ ਉਹੀ ਨੇ, ਝੂਠ ਬੋਲੋਗੇ, ਬਲਫ ਕਰੋਗੇ, ਕੇਸ ਕਮਜ਼ੋਰ ਹੋਏਗਾ, ਤੁਹਾਡੇ ਕੇਸ 'ਚ ਕੋਈ ਜਾਨ ਨਹੀਂ ਹੋਏਗੀ ਔਰ ਜਰਮਨ ਸਿਰਫ ਸਬੂਤਾਂ ਨੂੰ ਮੰਨਦਾ ਹੈ। ਔਰ ਲਾਸਟ ਟਾਈਮ ਤੋਂ ਇਹਨਾਂ ਨੇ ਇਹ ਵੀ ਕਰਤਾ ਕਿ ਤੁਹਾਡਾ ID ਕਾਰਡ ਦੇਣਾ ਮਸਟ ਕਰਤਾ ਉਹਨਾਂ ਨੇ। ਪਹਿਲੇ ਇੱਕ ਦੌਰ ਸੀ ਕਿ ID ਕਾਰਡ ਜ਼ਰੂਰੀ ਨਹੀਂ ਸੀ ਹੈ, ਤੁਸੀਂ ਕਹਿੰਦੇ ਸੋ ID ਕਾਰਡ ਨਹੀਂ ਹੈ ਤਾਂ ਕੋਈ ਮਸਲਾ ਨਹੀਂ, ਤੁਸੀਂ ਕਹਿੰਦੇ ਸੋ ਪਾਸਪੋਰਟ ਨਹੀਂ ਹੈ ਤਾਂ ਨਹੀਂ ਮਸਲਾ। ਲੇਕਿਨ ਹੁਣ ਜਰਮਨ ਹਕੂਮਤ ਨੇ 3-4 ਸਾਲ ਤੋਂ ਲਾਸਟ ਇਹ ਕਰਤਾ ਹੈ ਕਿ ਤੁਸੀਂ ID ਦਿਓਗੇ ਤਾਂ ਤੁਹਾਡਾ ਕੇਸ ਜ਼ਿਆਦਾ ਸਟਰੋਂਗ ਹੋਏਗਾ। ਅਗਰ ਤੁਸੀਂ ਆਪਣੀ ਕੋਈ ਵੀ ID ਨਹੀਂ ਦਿੰਦੇ ਤਾਂ ਕਹਿੰਦੇ ਨੇ ਕਿ ਤੁਸੀਂ ਮੁਲਕਾਂ ਦੇ ਨਾਲ ਰਲਦੇ ਮੁਲਕਾਂ ਮੰਗ ਰਹੇ ਹੋ, ਤੁਸੀਂ ਇੰਡੀਅਨ ਵੀ ਲੱਗਦੇ ਹੋ, ਤੁਸੀਂ ਅਫਗਾਨੀ ਵੀ ਲੱਗਦੇ ਹੋ, ਤੁਸੀਂ ਬੰਗਾਲੀ ਵੀ ਲੱਗਦੇ ਹੋ, ਕਿਉਂਕਿ ਬੰਗਾਲ ਵੀ ਤਾਂ ਪਾਕਿਸਤਾਨ ਤੋਂ ਲੈਦਾ ਹੋਇਆ ਹੈ ਨਾ। ਤੇ ਉਹ ਫਿਰ ਇਹ ਚਾਹੁੰਦੇ ਨੇ ਕਿ ਤੁਸੀਂ ਐਸੀ ID ਦਿਓ, ਸਾਨੂੰ ਪ੍ਰੂਵ ਹੋਏ, ਸਾਨੂੰ ਸਬੂਤ ਹੋਵੇ ਕਿ ਤੁਸੀਂ ਵਾਕਈ ਪਾਕਿਸਤਾਨੀ ਹੋ, ਵਾਕਈ ਤੁਸੀਂ ਅਫਗਾਨੀ ਹੋ, ਤੁਸੀਂ ਵਾਕਈ ਬੰਗਲਾਦੇਸ਼ੀ ਹੋ, ਤੁਸੀਂ ਵਾਕਈ ਇੰਡੀਅਨ ਹੋ, ਕਿਉਂਕਿ ਇੰਡੀਅਨ 'ਚ ਵੀ ਮੁਸਲਮਾਨ ਹੈ, ਜ਼ਬਾਨ ਇੱਕ ਹੈ, ਹਰ ਚੀਜ਼ ਇੱਕ ਹੈ। ਇਸ ਲਈ ਉਹਨਾਂ ਨੇ ਲਾਸਟ ਟਾਈਮ ਤੋਂ 4-5 ਸਾਲ ਤੋਂ ਕਾਨੂੰਨ ਕਰਤਾ ਤਕਰੀਬਨ ਕਿ ਤੁਸੀਂ ID ਦਿਓਗੇ ਤੇ ਤੁਹਾਡਾ ਕੇਸ ਰੈਫਰ ਹੋਏਗਾ ਸਹੀ ਤਰੀਕੇ ਨਾਲ, ਵਰਨਾ ਹੋਏ ਉਹ ਕਹਿੰਦੇ ਨੇ ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਾ ਕਿ ਤੂੰ ਕਿਹੜੇ ਕੰਟਰੀ ਦੇ ਵਿੱਚੋਂ ਆਇਆ ਤੂੰ ਅਫਗਾਨੀ ਹੈ, ਪਾਕਿਸਤਾਨੀ ਹੈ, ਇੰਡੀਅਨ ਹੈ, ਤੂੰ ਬੰਗਲਾਦੇਸ਼ੀ ਹੈ। ਇਸ ਲਈ ਬਿਹਤਰ ਇਹ ਵੇ ਕਿ ਉਹਨਾਂ ਨੇ ਜੋ ਕਾਨੂੰਨ 'ਚ ਸ਼ਿਕ ਲਾਤੀ ਹੈ, ਆਪਣਾ ਦੋਸਤਾਨ ਤੇ ID ਦੇਣ, ਮਜ਼ਬੂਤ ਕੇਸ ਬਣਾਉਣ, ਝੂਠ ਨਾ ਬੋਲਣ ਔਰ ਕਿਸੇ ਸੀਨੀਅਰ ਨੂੰ ਮਿਲ ਕੇ ਆਪਣਾ ਕੇਸ ਫਾਈਲ ਕਰਨ ਔਰ ਜਿੰਨਾ ਕੇਸ ਸਟਰੋਂਗ ਹੋਏਗਾ, ਸਬੂਤ ਹੋਣਗੇ, ਉਹ ਆਪਣੇ ਨਾਲ ਲੈ ਕੇ ਆਣ। ਕੋਈ FIR ਹੈ, ਕੋਈ ਲੜਾਈ ਝਗੜਾ ਹੈ, ਕੁਛ ਵੀ ਹੈ, ਕਿਸੇ ਸਿਆਸੀ ਬੇਸ ਹੈ, ਮਜ਼ਹਬੀ ਬੇਸ ਹੈ, ਉਹ ਸਾਰੇ ਸਬੂਤ ਨਾਲ ਲੈ ਕੇ ਆਉਣ ਤਾਂ ਜ਼ਿਆਦਾ ਬਿਹਤਰ ਹੈ। ਔਰ ਉਹਦੀ ਇਨਕੁਆਇਰੀ ਅੰਬੈਸੀ ਕਰਾਏਗੀ ਔਰ ਤੁਹਾਨੂੰ
ਪੇਪਰ ਮਿਲਣਗੇ ਔਰ ਤੁਸੀਂ ਇਸ ਜਰਮਨ 'ਚ ਨਾਰਮਲ ਰੈਜ਼ੀਡੈਂਸ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਓਗੇ। ਔਰ ਕਈ ਦੋਸਤਾਂ ਦਾ ਹੁੰਦਾ ਹੈ ਕਿ ਅਖਬਾਰ ਵਗੈਰਾ ਦੇ ਵਿੱਚ ਕੋਈ ਬਿਲਕੁਲ ਸੋਕੀ ਬਿਲਕੁਲ ਹੁੰਦੀ ਹੈ, ਖਬਰ ਆਈ ਹੁੰਦੀ ਹੈ, ਤੇ ਦੋਸਤ ਆਪਣਾ ਉਹ ਅਖਬਾਰ ਵਗੈਰਾ ਵੀ ਨਾਲ ਲੈ ਕੇ ਆਉਂਦੇ ਬਿਲਕੁਲ ਆ। ਕੋਈ ਵੀ ਤੁਹਾਡੇ ਕੋਲ ਸਬੂਤ ਹੈ ਜਿਹੜਾ ਲੀਗਲ ਤੌਰ ਤੇ ਸਬੂਤ ਹੈ, ਕੋਈ ਲੜਾਈ ਝਗੜਾ ਕੋਈ ਮਜ਼ਹਬੀ ਅਗਰ ਤੁਹਾਡਾ ਇਹ ਇੰਤਸ਼ਾਰ ਫੈਲਿਆ ਹੈ ਜਾਂ ਕੁਝ ਹੋਇਆ ਹੈ, ਉਹ ਚਾਹੇ ਕਟਿੰਗ ਦੇ ਵਿੱਚ ਜਾਂ ਅਖਬਾਰ ਕੋਈ ਲੈ ਕੇ ਆਉਣ, ਇਹ ਜਰਮਨ ਹਕੂਮਤ ਅਖਬਾਰ ਦੀ ਵੀ ਇਨਕੁਆਇਰੀ ਕਰਾਉਂਦੀ ਹੈ ਉਸ ਦਫ਼ਤਰ ਦੇ ਵਿੱਚੋਂ ਕਿ ਕਿਆ ਇਹ ਅਖਬਾਰ ਸਹੀ ਹੈ, ਕੋਈ ਪ੍ਰਾਈਵੇਟ ਤੇ ਨਹੀਂ ਛਪੀ ਜੋ ਵੀ ਹੈ, ਉਹਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਮੈਂ ਦੋਸਤਾਂ ਨੂੰ ਇਹ ਕਹਿਣਾ ਚਾਹਾਂਗਾ, ਅਗਰ ਕਿਸੇ ਵੀ ਦੋਸਤ ਨੂੰ ਕਿਸੇ ਕਿਸਮ ਦੀ ਰਹਿਨੁਮਾਈ ਚਾਹੀਦੀ ਹੋਵੇ ਤੇ ਮੇਰੇ ਨਾਲ ਕਮੈਂਟ ਦੇ ਵਿੱਚ ਰਾਬਤਾ ਕਰੋ। ਇਨਸ਼ਾਅੱਲਾ ਜੋ ਮੈਨੂੰ ਮਾਲੂਮਾਤ ਪਤਾ ਹੋਏਗੀ ਮੈਂ ਤੁਹਾਨੂੰ ਉਸ ਤੋਂ ਵੱਧ ਔਰ ਮਸ਼ਵਰਾ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਦੋਸਤ ਘਬਰਾਉਣ ਨਾ, ਮੇਰੇ ਨਾਲ ਰਾਬਤਾ ਕਰਨ। ਇਨਸ਼ਾਅੱਲਾ ਜਿਹਨੂੰ ਕਿਸੇ ਕਿਸਮ ਦੀ ਕੋਈ ਰਹਿਨੁਮਾਈ ਚਾਹੀਦੀ ਮੈਂ ਦੇਣ ਨੂੰ ਹਾਜ਼ਰ ਹਾਂ। ਔਰ ਇਨਸ਼ਾਅੱਲਾ ਅਗਰ ਕੋਈ ਮਸਲਾ ਹੋਏਗਾ ਤੇ ਮੈਂ ਪ੍ਰਾਈਵੇਟ ਤੌਰ ਤੇ ਵੀ ਨੂੰ ਰਾਬਤਾ ਕਰਾਂਗਾ। ਜੀ ਦੋਸਤੋ, ਮੇਰਾ ਇੱਕ ਆਪਣਾ ਜ਼ਾਤੀ ਸਵਾਲ ਹੈ ਤੁਹਾਡੇ ਕੋਲੋਂ ਕਿ ਜਿਹੜੇ ਬੱਚੇ ਵੱਡੇ ਹੋ ਕੇ ਇੱਥੇ ਆਉਂਦੇ ਨੇ ਉਹਨਾਂ ਨੂੰ ਇੱਥੇ ਸਕੂਲ ਮਿਲਦਾ ਹੈ ਜਾਂ ਕੰਮ ਕਰਨਾ ਪੈਂਦਾ ਵਾ, ਉਹਨਾਂ ਦੇ ਬਾਰੇ ਕੁਝ ਦੱਸੋ। ਬਿਲਕੁਲ, ਜਿਹੜੇ ਬੱਚੇ ਇੱਥੇ ਵੱਡੇ ਹੋ ਕੇ ਆਉਂਦੇ ਨੇ ਉਹਨਾਂ ਨੂੰ ਵੱਡੇ ਹੋਣ ਤੋਂ ਮੁਰਾਦ ਹੈ ਕੋਈ 18 20 22 ਸਾਲ ਦਾ ਇੱਥੇ ਤੈਯਬ ਸਾਹਿਬ ਹਰ ਉਮਰ ਦੇ ਵਿੱਚ ਤੁਸੀਂ ਸਟੱਡੀ ਜਾਰੀ ਰੱਖ ਸਕਦੇ ਹੋ। ਤੁਸੀਂ, ਮੈਂ ਦੋਸਤਾਂ ਨੂੰ ਕਹਾਂਗਾ, ਦੇਖਣ ਵਾਲਿਆਂ ਜਿਹੜੇ ਮੇਰੇ ਦੋਸਤ ਦੇਖ ਰਹੇ ਨੇ, ਪਲੀਜ਼ ਆਪਣੀਆਂ ਸੰਦਾਂ ਸਾਰੀਆਂ ਲੈ ਕੇ ਆਓ। ਤੁਸੀਂ ਕਿਹੜੀ ਕਲਾਸ ਤੋਂ ਸਰਟੀਫਿਕੇਟ ਲੈ ਕੇ ਆਓ, ਤੁਹਾਨੂੰ ਇੱਥੇ ਬਿਹਤਰੀਨ ਤਾਲੀਮ ਮਿਲੇਗੀ। ਦੁਬਾਰਾ ਆਪਣੀ ਤਾਲੀਮ ਜ਼ਾਇਆ ਨਾ ਕਰੋ। ਪੜ੍ਹਾਈ ਸਭ ਕੁਛ ਹੈ, ਅਸੀਂ ਕਹਾਂਗੇ ਪੜ੍ਹੋ ਲਾਜ਼ਮੀ। ਉਹਦੀ ਵਜ੍ਹਾ ਇਹ ਵੇ ਕਿ ਜਿਹੜੇ ਬੱਚੇ ਵੱਡੇ ਹੋ ਕੇ ਆਉਂਦੇ ਨੇ, ਚਾਹੇ ਉਹ 20 ਸਾਲ ਦਾ, 22 ਸਾਲ ਦਾ, 24 ਸਾਲ ਦਾ, 28 ਸਾਲ ਦਾ, 30 ਸਾਲ ਦਾ, ਇੱਥੇ ਹਰ ਉਮਰ ਦਾ ਬੰਦਾ ਜਿਹੜਾ ਉਹ ਪੜ੍ਹ ਸਕਦਾ ਹੈ ਔਰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖ ਸਕਦਾ ਹੈ। ਜੀ ਅੱਛਾ, ਦੋਸਤੋ, ਤੁਸੀਂ ਸਾਨੂੰ ਦੱਸੋ ਕਿ ਜਰਮਨ ਤੁਹਾਨੂੰ ਹਰ ਲਿਹਾਜ਼ ਨਾਲ ਕਿਸ ਤਰ੍ਹਾਂ ਲੱਗਿਆ, ਕਿਉਂਕਿ ਤੁਹਾਨੂੰ 22 ਸਾਲ ਹੋ ਗਏ ਨੇ ਇੱਥੇ ਜਰਮਨੀ ਦੇ ਵਿੱਚ। ਤੇ ਫਿਰ ਜਰਮਨ ਮੈਨੂੰ ਅਲਹਮਦੁਲਿਲਾ ਹਰ ਲਿਹਾਜ਼ ਨਾਲ ਅੱਛਾ ਲੱਗਾ ਔਰ ਬਹੁਤ ਅੱਛਾ ਹੈ। ਕਿਸੇ ਵੀ ਟੌਪਿਕ ਤੇ ਗੱਲ ਕਰੋਗੇ ਦੁਬਾਰਾ ਉਹੀ ਜਵਾਬ ਹੋਏਗਾ। ਇੱਥੇ ਹਰ ਚੀਜ਼ ਅੱਛੀ ਹੈ ਮਾਸ਼ਾਅੱਲਾ। ਮੈਨੂੰ 22 ਸਾਲ ਹੋ ਗਏ ਨੇ, ਮੈਂ ਆਪਣਾ ਕੰਮ ਕਰ ਰਿਹਾ ਔਰ ਮੈਂ 2-3 ਵਾਰੀ ਆਪਣਾ ਕੰਮ ਕੀਤਾ ਮਾਸ਼ਾਅੱਲਾ ਕਾਫੀ। ਔਰ ਵਿੱਚ ਮੈਂ ਹੋਰ ਵੀ ਕੰਮ ਕੀਤੇ ਲੇਕਿਨ ਮੈਂ ਆਪਣੇ ਕੰਮ ਨੂੰ ਜ਼ਿਆਦਾ ਪ੍ਰਾਇੋਰਟੀ ਦੇਣਾ ਔਰ ਮੈਂ ਆਪਣਾ ਕੰਮ ਇਸ ਟਾਈਮ ਵੀ ਮੇਰਾ ਰੈਸਟੋਰੈਂਟ ਹੈ ਆਪਣਾ, ਮੈਂ ਉਹ ਕਰ ਰਿਹਾ। ਹਰ ਲਿਹਾਜ਼ ਨਾਲ ਅੱਛਾ ਹੈ ਤੈਯਬ ਸਾਹਿਬ। ਇੱਥੇ ਮੈਨੂੰ ਪੇਪਰ ਮਿਲੇ ਨੇ, ਮੈਨੂੰ ਨੈਸ਼ਨੈਲਿਟੀ ਮਿਲੀ ਹੈ। ਸ਼ੁਕਰ ਅਲਹਮਦੁਲਿਲਾ, ਖੁਦਾ ਤਾਲਾ ਦੀ ਜ਼ਾਤ ਨੇ ਸਭ ਕੁਝ ਦਿੱਤਾ ਹੈ। ਇਨਸਾਨ ਤਾਂ ਕਹਿੰਦਾ ਮੈਂ ਵਾਂ, ਲੇਕਿਨ ਮੈਂ ਕੁਛ ਨਹੀਂ। ਸਭ ਕੁਝ ਖੁਦਾ ਦੀ ਜ਼ਾਤ, ਉਹਦੀ ਬਰਕਤ ਹੈ, ਸਭ ਕੁਝ ਮਿਲਿਆ। ਸ਼ੁਕਰ ਅਲਹਮਦੁਲਿਲਾ। ਹਰ ਲਿਹਾਜ਼ ਨਾਲ ਇੱਥੇ ਆਉਣ ਵਾਲੇ ਮੁਲਕ, ਜਿਹੜੇ ਆਉਣ ਵਾਲੇ ਲੋਕਾਂ ਦੇ ਹੱਕ 'ਚ ਹੀ ਕਾਨੂੰਨ ਨੇ, ਸਾਰੇ ਇਨਸਾਨ ਦੇ ਹੱਕ 'ਚ ਕਾਨੂੰਨ ਨੇ। ਅਗਰ ਸੱਚ ਬੋਲੋ, ਸਹੀ ਬੋਲੋ, ਸੌਲਿਡ ਕੇਸ ਹੋਏ, ਤੁਹਾਨੂੰ ਪੇਪਰ ਮਿਲ ਜਾਣਗੇ, ਅੱਗੋਂ ਰਸਤੇ ਆਪੇ ਖੁੱਲ੍ਹ ਜਾਣਗੇ। ਇੱਥੇ ਜਰਮਨ ਨੇ ਤੁਹਾਨੂੰ ਹਰ ਚੀਜ਼ ਦਿੱਤੀ ਹੈ ਤੇ ਹਰ ਚੀਜ਼ ਇਹਨਾਂ ਦੀ ਵਜ੍ਹਾ ਨਾਲ ਹੀ ਮਿਲੀ ਹੈ। ਤੇ ਬਸ ਮੈਂ ਇਹ ਕਹਾਂਗਾ ਕਿ ਸਭ ਅੱਛਾ ਹੈ ਬਸ। ਤੇ ਦੋਸਤਾਂ ਨੂੰ ਕਹਾਂਗਾ ਕਿ ਦੋਸਤ ਮੇਰੀ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਕੋਸ਼ਿਸ਼ ਕਰੋ ਕਿ ਬਟਨ ਤੇ ਇੱਕ ਵਾਰੀ ਠਾ ਕਰ ਦਿਓ। ਦੋਸਤੋ ਕਰ ਦਿਓ ਯਾਰ, ਕੋਈ ਗੱਲ ਨਹੀਂ, ਖੈਰ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਏਗੀ। ਠਾ ਕਰਕੇ ਸਬਸਕ੍ਰਾਈਬ ਕਰ ਦਿਓ। ਤਾਂ ਇਹ ਸਰ ਤੁਸੀਂ ਵੀ ਕਹਿ ਦਿਓ। ਬਾਕੀ ਇਹ ਵੇ ਕਿ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਬਾਕੀ ਉਹਨਾਂ ਦੀ ਗੱਲ ਹੈ ਕਿ ਤੁਸੀਂ ਸਾਨੂੰ ਲਿਖੋ, ਅਸੀਂ ਤੁਹਾਨੂੰ ਨੈਕਸਟ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਉਹ ਸਵਾਲਾਂ ਦੇ ਜਵਾਬ ਦੇਵਾਂਗੇ ਔਰ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਨਵੀਂ। ਸਬਸਕ੍ਰਾਈਬ ਦਾ ਵੀ ਕਰੋ। ਹਾਂਜੀ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਠਾ ਕਰੋ ਔਰ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ, ਮਜ਼ੀਦ ਸ਼ੇਅਰ ਕਰੋ, ਤਾਂ ਮਜ਼ੀਦ ਕਿ ਮਾਲੂਮਾਤ। ਇਨਫੋਰਮੇਸ਼ਨ ਜਿਹੜੀ ਹੈ ਹੋਰ ਦੋਸਤਾਂ ਦੇ ਕੋਲ ਵੀ ਜਾਵੇ। अस्सलाम वालेकुम रहमतुल्लाहि व बरकातहू। खुदा हाफिज़।